ਪਿਆਰੇ ਵਿਦਿਆਰਥੀਓ, ਇਹ ਵੀਡੀਓ 8ਵੀਂ ਜਮਾਤ ਦੀ ਪੰਜਾਬੀ ਦੀ ਦੂਜੀ ਭਾਸ਼ਾ ਦੇ ਵਿਦਿਆਰਥੀਆਂ ਲਈ ਹੈ। ਇਸ ਵੀਡੀਓ ਵਿੱਚ ਅਸੀਂ ਪੰਜਾਬੀ ਪਾਠ ਪੁਸਤਕ ਦਾ 24ਵਾਂ ਪਾਠ ਸਮੇਂ-ਸਮੇਂ ਦੀ ਗੱਲ ਕਰਾਂਗੇ। ਇਹ ਇੱਕ ਲੇਖ ਹੈ ਅਤੇ ਅਮਰੀਕ ਸਿੰਘ ਦਿਆਲ ਦਾ ਲਿਖਿਆ ਹੋਇਆ ਹੈ। ਇਸ ਲੇਖ ਵਿੱਚ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਕਿਸ ਤਰ੍ਹਾਂ ਪੁਰਾਣੀਆਂ ਸਹੂਲਤਾਂ ਦੀ ਥਾਂ ਸਮੇਂ ਦੇ ਬਦਲਣ ਦੇ ਨਾਲ ਆਧੁਨਿਕ ਸਹੂਲਤਾਂ ਨੇ ਲੈ ਲਈ ਹੈ। ਆਓ ਪਾਠ ਸ਼ੁਰੂ ਕਰਦੇ ਹਾਂ। ਪਾਠ 24 ਸਮੇਂ-ਸਮੇਂ ਦੀ ਗੱਲ। ਇਸ ਵਿੱਚ ਅਸੀਂ ਪੋਸਟ ਆਫਿਸ ਬਾਰੇ ਵੀ ਪੜ੍ਹਾਂਗੇ, ਜਿਸ ਨੂੰ ਪੰਜਾਬੀ ਵਿੱਚ ਅਸੀਂ ਡਾਕਖਾਨਾ ਕਹਿੰਦੇ ਹਾਂ। ਪਹੁੰਚਦਾ ਹੀ ਚਿੱਠੀ ਲਿਖ ਦੇਈਂ ਮੇਰਾ ਪੁੱਤ, ਆਪਣੀ ਖਬਰਸਾਰ ਦੀ। ਕੰਮਕਾਰ ਦੇ ਸਿਲਸਿਲੇ ਵਿੱਚ ਘਰੋਂ ਦੂਰ ਜਾ ਰਹੇ ਆਪਣੇ ਪੁੱਤਰ ਨੂੰ ਅਲਵਿਦਾ ਕਹਿੰਦਿਆਂ ਮਾਂ ਅਕਸਰ ਇਹ ਸ਼ਬਦ ਕਹਿਣਾ ਕਦੇ ਨਾ ਭੁੱਲਦੀ। ਇਹ ਉਹ ਸਮਾਂ ਸੀ ਜਦੋਂ ਪਿੰਡਾਂ ਦੇ ਡਾਕਖਾਨਿਆਂ ਵਿੱਚ ਵਾਹਵਾ ਭੀੜ ਜੁੜਦੀ ਹੁੰਦੀ ਸੀ। ਕਰਿਆਨੇ ਅਤੇ ਹੋਰ ਨਿੱਕ ਸੁੱਕ ਦੀਆਂ ਦੁਕਾਨਾਂ ਵਿੱਚ ਡਾਕਖਾਨੇ ਦੀਆਂ ਸ਼ਾਖਾਵਾਂ ਹੁੰਦੀਆਂ ਸਨ। ਦੁਕਾਨਾਂ ਭਾਵੇਂ ਸਾਰਾ ਦਿਨ ਖੁੱਲ੍ਹੀਆਂ ਰਹਿੰਦੀਆਂ, ਪਰ ਡਾਕਖਾਨੇ ਦਾ ਕੰਮ ਸਵੇਰੇ ਅਤੇ ਸ਼ਾਮ ਵੇਲੇ ਹੀ ਚੱਲਦਾ ਸੀ। ਸਵੇਰ ਵੇਲੇ ਤਾਂ ਜ਼ਰੂਰੀ ਕੰਮ ਵਾਲੇ ਚੰਦ ਕੁ ਬੰਦੇ ਹੀ ਡਾਕਖਾਨੇ ਜਾਂਦੇ, ਪਰ ਤਕਾਲਾਂ ਵੇਲੇ ਅਰਥਾਤ ਸ਼ਾਮ ਵੇਲੇ ਡਾਕ ਦੀ ਉਡੀਕ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੁੰਦਾ। ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਫੌਜੀਆਂ ਦੇ ਬਜ਼ੁਰਗ ਮਾਂ-ਬਾਪ, ਬੱਚੇ ਅਤੇ ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਹੁੰਦੇ। ਸਵੇਰੇ 10 ਕੁ ਵਜੇ ਡਾਕ ਵਾਲੀ ਥੈਲੀ ਪਿੰਡੋਂ ਨਿਕਲਦੀ ਅਤੇ ਸ਼ਾਮ 3 ਕੁ ਵਜੇ ਆਉਂਦੀ। ਸਿਆਲ ਦੇ ਠੰਡੇ ਦਿਨ ਹੋਣ ਚਾਹੇ ਗਰਮੀਆਂ ਦੀਆਂ ਪਿੰਡਾਂ ਲੂੰਦੀ ਧੁੱਪ, ਚਿੱਠੀ ਆਉਣ ਦੀ ਆਸ ਨਾਲ ਲੋਕ 2 ਕੁ ਵਜੇ ਡਾਕਖਾਨੇ ਵਿੱਚ ਜੁੜਨਾ ਸ਼ੁਰੂ ਹੋ ਜਾਂਦੇ। ਡਾਕ ਆਉਣ ਤੱਕ ਵੱਖ-ਵੱਖ ਵਿਸ਼ਿਆਂ 'ਤੇ ਗੱਲਾਂ ਛਿੜਦੀਆਂ। ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸਾਂ ਵਿਦੇਸ਼ਾਂ ਦੀ ਸਿਆਸਤ ਤੱਕ ਦੀਆਂ ਗੱਲਾਂ ਇੱਥੇ ਹੁੰਦੀਆਂ। ਸਾਬਕਾ ਫੌਜੀ 1965 ਅਤੇ 1971 ਦੀਆਂ ਲੜਾਈਆਂ ਦਾ ਵਰਣਨ ਇਸ ਪ੍ਰਕਾਰ ਕਰਦੇ ਕਿ ਲੜਾਈ ਦਾ ਦ੍ਰਿਸ਼ ਸਾਹਮਣੇ ਆ ਜਾਂਦਾ। ਡਾਕ ਆਉਣ ਉਪਰੰਤ ਜਿਨ੍ਹਾਂ ਦੇ ਸਬੰਧੀਆਂ ਦੀਆਂ ਚਿੱਠੀਆਂ ਆਉਂਦੀਆਂ, ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ। ਬਾਕੀ ਕੱਲ੍ਹ 'ਤੇ ਆਸ ਰੱਖ ਕੇ ਘਰਾਂ ਨੂੰ ਪਰਤ ਜਾਂਦੇ। ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ। ਡਾਕ ਦੀ ਲਿਖਾ ਪੜ੍ਹੀ ਦਾ ਕੰਮ ਦੁਕਾਨ ਵਾਲੇ ਲਾਲਾ ਜੀ ਕਰਦੇ ਸਨ। 3-3, 4-4 ਪਿੰਡਾਂ ਵਿੱਚ ਚਿੱਠੀਆਂ ਵੰਡਣ ਦੀ ਜ਼ਿੰਮੇਵਾਰੀ ਡਾਕੀਆ ਨਿਭਾਉਂਦਾ ਸੀ। ਪਹਿਲਾਂ ਪਹਿਲ ਡਾਕ ਵੰਡਣ ਦੇ ਕੰਮ ਲਈ ਡਾਕੀਏ ਪੈਦਲ ਹੀ ਜਾਂਦੇ ਸਨ, ਪਰ ਬਾਅਦ ਵਿੱਚ ਸਾਈਕਲਾਂ ਨੇ ਇਹ ਕੰਮ ਸੁਖਾਲਾ ਬਣਾ ਦਿੱਤਾ। ਲੋਕ ਉਹਨਾਂ ਨੂੰ ਦੁਆ ਸਲਾਮ ਕਰਨਾ ਨਾ ਭੁੱਲਦੇ। ਲੰਘਦੇ ਵੜਦਿਆਂ ਨੂੰ ਅਕਸਰ ਚਿੱਠੀਆਂ ਬਾਰੇ ਪੁੱਛਦੇ। ਉਸ ਵੇਲੇ ਟੈਲੀਫੋਨ ਸੁਵਿਧਾ ਦੀ ਅਣਹੋਂਦ ਕਾਰਨ, ਅਣਹੋਂਦ ਦਾ ਅਰਥ ਹੈ ਨਾ ਹੋਣਾ, ਆਪਸੀ ਸੰਪਰਕ ਦਾ ਜ਼ਰੀਆ ਸਿਰਫ ਚਿੱਠੀਆਂ ਹੀ ਸਨ। ਚਿੱਠੀਆਂ ਨੂੰ ਅੱਧੀ ਮੁਲਾਕਾਤ ਮੰਨਿਆ ਜਾਂਦਾ ਸੀ। ਫੌਜੀ ਅਤੇ ਨੀਮ ਫੌਜੀ ਬਲਾਂ ਵਿੱਚ ਸੇਵਾ ਨਿਭਾ ਰਹੇ ਸੈਨਿਕਾਂ ਦੇ ਪਰਿਵਾਰਾਂ ਲਈ ਚਿੱਠੀ ਦੀ ਕਿੰਨੀ ਅਹਿਮੀਅਤ ਹੁੰਦੀ ਸੀ, ਇਹ ਤਾਂ ਉਹੀ ਜਾਣਦੇ ਸਨ। ਬਾਹਰਲੇ ਮੁਲਕਾਂ ਤੋਂ ਜਦੋਂ ਅਲੱਗ ਪਛਾਣ ਵਾਲੇ ਵਿਦੇਸ਼ੀ ਲਿਫਾਫੇ ਵਾਲੀ ਚਿੱਠੀ ਆਉਂਦੀ ਤਾਂ ਪੂਰੇ ਪਰਿਵਾਰ ਨੂੰ ਚਾਅ ਚੜ੍ਹ ਜਾਂਦਾ। ਸਕੂਲਾਂ ਵਿੱਚ ਪੜ੍ਹਦੇ ਬੱਚੇ ਕਈ ਵਾਰ ਚਿੱਠੀ ਨੂੰ ਪੜ੍ਹਦੇ, ਬਜ਼ੁਰਗਾਂ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਣਾਉਂਦੇ। ਕਈ ਪੁਰਾਣੇ ਬੰਦਿਆਂ ਨੇ ਹਾਲੇ ਵੀ ਚਿੱਠੀਆਂ ਗਹਿਣਿਆਂ ਵਾਂਗ ਸੰਭਾਲ ਕੇ ਰੱਖੀਆਂ ਹੋਈਆਂ ਹਨ। ਪਿੰਡਾਂ ਵਿਚਲੇ ਸਾਹਿਤ ਦੇ ਸ਼ੌਕੀਨਾਂ ਲਈ ਡਾਕਖਾਨੇ ਦੀ ਖਾਸ ਮਹੱਤਤਾ ਹੁੰਦੀ ਸੀ। ਵੱਖ-ਵੱਖ ਮਾਸਿਕ, 2 ਮਾਸਿਕ ਤੇ 3 ਮਾਸਿਕ ਰਿਸਾਲੇ, ਅਰਥਾਤ ਮਾਸਿਕ ਦਾ ਅਰਥ ਹੈ ਜੋ 1 ਮਹੀਨੇ ਬਾਅਦ ਆਉਂਦਾ ਹੋਵੇ, 2 ਮਾਸਿਕ ਅਰਥਾਤ 2 ਮਹੀਨੇ ਬਾਅਦ ਤੇ 3 ਮਾਸਿਕ ਅਰਥਾਤ 3 ਮਹੀਨੇ ਬਾਅਦ ਆਉਣ ਵਾਲਾ ਰਿਸਾਲਾ ਅਤੇ ਹੋਰ ਸਾਹਿਤਕ ਸਮੱਗਰੀ ਡਾਕ ਰਾਹੀਂ ਹੀ ਉਹਨਾਂ ਤੱਕ ਪਹੁੰਚਦੀ ਸੀ। ਡਾਕਖਾਨੇ ਜਾਣਾ ਉਹਨਾਂ ਦਾ ਵੀ ਨਿਤਨੇਮ ਹੁੰਦਾ ਸੀ। ਨਿਤਨੇਮ ਅਰਥਾਤ ਰੋਜ਼ ਦਾ ਕੰਮ। ਕਈ ਵਾਰ ਡਾਕੀਏ ਨੂੰ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਤਾਂ ਸਾਰਿਆਂ ਦੇ ਮੂੰਹੋਂ ਇੱਕੋ ਗੱਲ ਨਿਕਲਦੀ, ਅੱਜ ਪਤਾ ਨਹੀਂ ਕੀ ਗੱਲ ਹੋ ਗਈ। ਕਈ ਵਾਰ ਡਾਕੀਆ ਬਾਹਲੀ ਦੇਰ ਕਰ ਦਿੰਦਾ ਤਾਂ ਉਡੀਕਣ ਵਾਲੇ ਟੱਸ ਤੋਂ ਮੱਸ ਨਾ ਹੁੰਦੇ। ਕਈਆਂ ਨੂੰ ਚਿੱਠੀਆਂ ਤੋਂ ਇਲਾਵਾ ਫੌਜੀਆਂ ਜਾਂ ਵਿਦੇਸ਼ ਗਏ ਪੁੱਤਾਂ ਦੀ ਉਡੀਕ ਵੀ ਹੁੰਦੀ।
ਡਾਕ ਵਾਲੀ ਥੈਲੀ ਖੁੱਲ੍ਹਣ 'ਤੇ ਸੈਂਕੜੇ ਚਿੱਠੀਆਂ ਦਾ ਢੇਰ ਲੱਗ ਜਾਂਦਾ। ਉਡੀਕ ਕਰ ਰਹੇ ਲੋਕ ਬੜੀ ਉਤਸੁਕਤਾ ਨਾਲ ਦੁਆਲੇ ਘੇਰਾ ਘੱਤ ਲੈਂਦੇ। ਵੱਖ-ਵੱਖ ਪਿੰਡਾਂ ਦੀ ਡਾਕ ਛਾਂਟੀ ਹੋਣ ਤੱਕ ਉਹ ਸਾਹ ਰੋਕ ਕੇ ਖੜ੍ਹੇ ਰਹਿੰਦੇ। ਜਿਹੜੇ ਲੋਕ ਡਾਕਖਾਨੇ ਨਾ ਪਹੁੰਚ ਸਕਦੇ, ਉਹ ਰਾਹ ਵਾਟੇ ਡਾਕੀਏ ਨੂੰ ਚਿੱਠੀ ਪੱਤਰ ਬਾਰੇ ਪੁੱਛਦੇ। ਬਾਕੀਆਂ ਵਾਂਗ ਡਾਕੀਆ ਉਹਨਾਂ ਲਈ ਵੀ ਇੱਕ ਅਹਿਮ ਵਿਅਕਤੀ ਅਤੇ ਸਤਿਕਾਰ ਦਾ ਪਾਤਰ ਸੀ। ਵਿਦਿਆਰਥੀਓ, ਤੁਸੀਂ ਇਸ ਤਸਵੀਰ ਦੇ ਵਿੱਚ ਚਿੱਠੀਆਂ ਦਾ ਢੇਰ ਦੇਖ ਸਕਦੇ ਹੋ। ਪਿੰਡਾਂ ਵਿੱਚ ਪੰਚਾਇਤੀ ਟੈਲੀਫੋਨ ਟਾਵਰ ਲਾਏ ਗਏ। ਲੋਕਾਂ ਨੇ ਖੁਸ਼ੀ ਮਨਾਈ। ਇੱਕ ਪਿੰਡ ਦੀ ਪੰਚਾਇਤ ਦੇ ਇੱਕ ਟੈਲੀਫੋਨ ਨਾਲ ਕਿੱਥੇ ਗੱਲ ਬਣਨੀ ਸੀ, ਉਹ ਵੀ ਲੰਜੇ ਡੰਗ ਚੱਲਦੇ, ਮਤਲਬ ਲਗਾਤਾਰ ਨਾ ਚੱਲਦੇ, ਕਦੇ ਖਰਾਬ ਰਹਿੰਦੇ। ਚਿੱਠੀਆਂ ਦਾ ਸਿਲਸਿਲਾ ਚੱਲਦਾ ਰਿਹਾ। ਕੁਝ ਸਾਲਾਂ ਬਾਅਦ ਸੜਕ ਦੇ ਨਾਲ ਡੂੰਘੀਆਂ ਖਾਈਆਂ ਪਿੰਡਾਂ ਵੱਲ ਨੂੰ ਪੁੱਟੀਆਂ ਜਾਣੀਆਂ ਸ਼ੁਰੂ ਹੋਈਆਂ, ਜੋ ਕੁਝ ਦਿਨਾਂ ਵਿੱਚ ਹੀ ਪਿੰਡਾਂ ਦੀਆਂ ਫਿਰਨੀਆਂ ਦੁਆਲੇ ਘੁੰਮਦੀਆਂ ਹੋਈਆਂ ਪਿੰਡਾਂ ਵਿੱਚ ਜਾ ਵੜੀਆਂ। ਫਿਰ ਮੁਹੱਲਿਆਂ ਦੀਆਂ ਗਲੀਆਂ ਵੱਲ ਨੂੰ ਇਸ ਦੀਆਂ ਸ਼ਾਖਾਵਾਂ ਫੁੱਟ ਪਈਆਂ। ਤਾਰਾਂ ਵਿਛੀਆਂ, ਪਿੰਡਾਂ ਵਿੱਚ ਹੈਲੋ ਹੈਲੋ ਸ਼ੁਰੂ ਹੋ ਗਈ। ਅਰਥਾਤ ਪਿੰਡਾਂ ਦੇ ਵਿੱਚ ਟੈਲੀਫੋਨ ਪਹੁੰਚਾਉਣ ਲਈ ਤਾਰਾਂ ਪਾਈਆਂ ਗਈਆਂ ਅਤੇ ਲੋਕਾਂ ਦੇ ਘਰਾਂ ਵਿੱਚ ਟੈਲੀਫੋਨ ਲੱਗ ਗਏ। ਚਿੱਠੀਆਂ, ਖਬਰਾਂ ਅਤੇ ਜ਼ਰੂਰੀ ਕਾਗਜ਼ਾਤ ਦੇਸ਼ ਵਿਦੇਸ਼ ਤੱਕ ਭੇਜਣ ਲਈ ਫੈਕਸ ਦੀ ਸਹੂਲਤ ਸ਼ਹਿਰਾਂ ਤੋਂ ਹੁੰਦੀ ਹੋਈ ਛੋਟੇ ਕਸਬਿਆਂ ਤੱਕ ਵੀ ਪਹੁੰਚ ਗਈ। ਇਹ ਦੇਖੋ ਤੁਸੀਂ ਤਸਵੀਰ ਹੈ, ਇਹ ਫੈਕਸ ਮਸ਼ੀਨ ਦੀ ਤਸਵੀਰ ਹੈ, ਜਿਸ ਰਾਹੀਂ ਅਸੀਂ ਇੱਕ ਕਾਗਜ਼ ਨੂੰ ਇੱਥੋਂ ਫੈਕਸ ਮਸ਼ੀਨ ਦੇ ਵਿੱਚ ਪਾਉਂਦੇ ਹਾਂ ਤਾਂ ਦੂਰ ਦੁਰਾਡੇ ਬੈਠਾ ਜੋ ਸਾਡਾ ਸਾਥੀ ਹੈ, ਜਿਸ ਨੂੰ ਅਸੀਂ ਪਹੁੰਚਾਉਣਾ ਹੈ, ਉੱਥੇ ਮਸ਼ੀਨ ਵਿੱਚੋਂ ਉਹੀ ਕਾਗਜ਼ ਛਪਿਆ ਹੋਇਆ ਨਿਕਲ ਆਉਂਦਾ ਹੈ। ਪਿੰਡਾਂ ਵਿਚਲੇ STD ਬੂਥਾਂ 'ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। ਪਿੰਡਾਂ ਦੇ ਵਿੱਚ STD ਬੂਥ ਖੁੱਲ੍ਹ ਗਏ, ਅਰਥਾਤ ਫੋਨ 'ਤੇ ਲੋਕ ਇੱਕ ਦੂਜੇ ਨਾਲ ਆਪਣਾ ਸ਼ਹਿਰ ਤੋਂ ਬਾਹਰ ਜਾਂ ਦੇਸ਼ ਤੋਂ ਬਾਹਰ ਵੀ ਫੋਨ 'ਤੇ ਗੱਲ ਕਰ ਸਕਦੇ ਸੀ। ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ। ਰਹਿੰਦੀ ਕਸਰ ਮੋਬਾਈਲ ਅਤੇ ਇੰਟਰਨੈਟ ਸੇਵਾ ਨੇ ਕੱਢ ਦਿੱਤੀ। ਬਿਜਲਈ ਚਿੱਠੀਆਂ, ਈਮੇਲ ਦਾ ਜ਼ਮਾਨਾ ਆ ਗਿਆ। ਹੁਣ ਅਸੀਂ ਈਮੇਲ ਕਰਦੇ ਹਾਂ ਥਰੂ ਇੰਟਰਨੈਟ। ਸਾਰਿਆਂ ਦੇ ਅਕਾਊਂਟ ਬਣੇ ਹੋਏ ਨੇ ਲਗਭਗ Gmail 'ਤੇ, yahoo.com 'ਤੇ। ਸੋਸ਼ਲ ਮੀਡੀਆ ਨੇ ਤਾਂ ਚਿੱਠੀਆਂ ਵਾਲੇ ਲੰਮੇ ਸਫ਼ਰ ਨੂੰ ਸਕਿੰਟਾਂ ਵਿੱਚ ਤਬਦੀਲ ਕਰਕੇ ਨੇੜੇ ਲੈ ਆਉਂਦਾ ਹੈ। ਜਿਵੇਂ ਕਿ ਸਾਨੂੰ ਪਤਾ ਹੀ ਅੱਜ ਕੱਲ੍ਹ WhatsApp, Facebook ਅਤੇ ਇੰਸਟਾ ਦਾ ਜ਼ਮਾਨਾ ਸ਼ੁਰੂ ਹੋ ਗਿਆ ਹੈ। ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ। ਬਦਲਾਅ ਨੂੰ ਕਬੂਲ ਕੇ ਹੀ ਸਮੇਂ ਦੇ ਹਾਣੀ ਬਣਿਆ ਜਾ ਸਕਦਾ ਹੈ। ਵਿਦਿਆਰਥੀਓ, ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਅਖੀਰ ਦੇ ਵਿੱਚ ਲੇਖਕ ਲਿਖਦਾ ਹੈ ਕਿ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ, ਬਦਲਾਅ ਨੂੰ ਕਬੂਲ ਕੇ ਹੀ ਸਮੇਂ ਦੇ ਹਾਣੀ ਬਣਿਆ ਜਾ ਸਕਦਾ ਹੈ। ਅਰਥਾਤ ਜੋ ਵੀ ਤਬਦੀਲੀ ਜ਼ਮਾਨੇ ਦੇ ਵਿੱਚ ਆਉਂਦੀ ਹੈ, ਸਾਨੂੰ ਉਸ ਨੂੰ ਸਹੀ ਸਮੇਂ 'ਤੇ ਸਿੱਖ ਕੇ ਆਪਣੇ ਗਿਆਨ ਵਿੱਚ ਵਾਧਾ ਕਰਕੇ ਸਮੇਂ ਦੇ ਨਾਲ ਚੱਲਣਾ ਚਾਹੀਦਾ ਹੈ। ਤਾਂ ਹੀ ਅਸੀਂ ਸਮੇਂ ਦੇ ਨਾਲ ਚੱਲ ਕੇ ਅਸੀਂ ਜ਼ਮਾਨੇ ਦੇ ਨਾਲ ਚੱਲ ਸਕਦੇ ਹਾਂ। ਇਹ ਸੀ ਸਾਡਾ ਪਾਠ ਸਮੇਂ ਦੀ ਗੱਲ। ਹੁਣ ਅਸੀਂ ਇਸ ਦਾ ਅਭਿਆਸ ਕਰਾਂਗੇ। ਅਸੀਂ ਆਸ ਕਰਦੇ ਹਾਂ ਵੀ ਇਹ ਪਾਠ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਆਓ ਅਸੀਂ ਹੁਣ ਪਾਠ ਦਾ ਅਭਿਆਸ ਸ਼ੁਰੂ ਕਰੀਏ। ਪਹਿਲਾ ਪ੍ਰਸ਼ਨ ਹੈ ਕਿ ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਾਓ। ਉਸ ਦੇ ਵਿੱਚ ਸਾਨੂੰ ਊੜਾ ਭਾਗ ਦਿੱਤਾ ਹੈ ਕਿ ਡਾਕਖਾਨੇ ਵਿੱਚ ਡਾਕ ਉਡੀਕਣ ਵਾਲਿਆਂ ਦਾ ਤਾਂਤਾ ਕਦੋਂ ਲੱਗਦਾ ਸੀ? ਸਾਰਾ ਦਿਨ, ਦੁਪਹਿਰ ਵੇਲੇ, ਸਵੇਰੇ ਸਵੇਰੇ ਜਾਂ ਤਕਾਲਾਂ ਵੇਲੇ। ਇਸ ਦਾ ਸਹੀ ਉੱਤਰ ਹੈ ਤਕਾਲਾਂ ਵੇਲੇ। ਅਗਲਾ ਪ੍ਰਸ਼ਨ, ਡਾਕ ਉਡੀਕਣ ਵਾਲੇ ਕਿਹੜੇ ਵਿਸ਼ਿਆਂ 'ਤੇ ਚਰਚਾ ਕਰਦੇ ਸਨ? ਪੜ੍ਹਾਈ ਲਿਖਾਈ ਸੰਬੰਧੀ, ਪਿੰਡਾਂ ਦੇ ਵਿਕਾਸ ਬਾਰੇ, ਵੱਖ-ਵੱਖ ਵਿਸ਼ਿਆਂ 'ਤੇ ਜਾਂ ਸਾਰੇ ਚੁੱਪ ਰਹਿੰਦੇ। ਇਸ ਦਾ ਸਹੀ ਉੱਤਰ ਹੈ ਵੱਖ-ਵੱਖ ਵਿਸ਼ਿਆਂ 'ਤੇ। ਅਗਲਾ ਪ੍ਰਸ਼ਨ, ਪਿੰਡਾਂ ਦੇ ਸਾਹਿਤਕ ਸ਼ੌਕੀਨਾਂ ਲਈ ਡਾਕਖਾਨੇ ਦਾ ਕੀ ਮਹੱਤਵ ਹੁੰਦਾ ਸੀ? ਵਿਹਲਾ ਸਮਾਂ ਬਿਤਾਉਣ ਕਰਕੇ, ਰਸਾਲੇ ਅਤੇ ਸਾਹਿਤਕ ਸਮੱਗਰੀ ਕਰਕੇ, ਗੱਲਾਂ ਸੁਣਨ ਲਈ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਇਸ ਦਾ ਸਹੀ ਉੱਤਰ ਹੈ ਰਸਾਲੇ ਅਤੇ ਸਾਹਿਤਕ ਸਮੱਗਰੀ ਕਰਕੇ। ਅਗਲਾ ਪ੍ਰਸ਼ਨ ਹੈ, ਫੈਕਸ ਰਾਹੀਂ ਕਿਹੜੀ ਸਹੂਲਤ ਪ੍ਰਾਪਤ ਹੁੰਦੀ ਹੈ?
ਗੱਲਬਾਤ ਕੀਤੀ ਜਾ ਸਕਦੀ ਹੈ, ਲਿਖਤੀ ਕਾਗਜ਼ ਭੇਜਿਆ ਜਾ ਸਕਦਾ ਹੈ, ਫੋਟੋਆਂ ਭੇਜੀਆਂ ਜਾ ਸਕਦੀਆਂ ਹਨ ਜਾਂ ਵਿਅਕਤੀ ਸਫ਼ਰ ਕਰ ਸਕਦੇ ਹਨ। ਇਸ ਦਾ ਸਹੀ ਉੱਤਰ ਹੈ ਲਿਖਤੀ ਕਾਗਜ਼ ਭੇਜਿਆ ਜਾ ਸਕਦਾ ਹੈ। ਇਸ ਤੋਂ ਅੱਗੇ ਪ੍ਰਸ਼ਨ ਹੈ, ਪਿੰਡਾਂ ਦੇ ਡਾਕਖਾਨਿਆਂ ਵਿੱਚ ਭੀੜ ਕਿਉਂ ਜੁੜਦੀ ਸੀ? ਇਸ ਦਾ ਉੱਤਰ ਹੈ ਡਾਕ ਦੀ ਉਡੀਕ ਕਰਨ ਲਈ। ਅਗਲਾ ਪ੍ਰਸ਼ਨ, ਡਾਕਖਾਨੇ ਦੇ ਕੰਮਕਾਜ ਦਾ ਸਮਾਂ ਕਿਹੜਾ ਹੁੰਦਾ ਸੀ? ਉੱਤਰ ਸਵੇਰੇ ਅਤੇ ਸ਼ਾਮ ਵੇਲੇ। ਅਗਲਾ ਪ੍ਰਸ਼ਨ ਹੈ, ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਕੌਣ-ਕੌਣ ਹੁੰਦੇ ਸਨ? ਇਸ ਦਾ ਉੱਤਰ ਹੈ ਫੌਜੀਆਂ ਦੇ ਬਜ਼ੁਰਗ ਮਾਂ-ਬਾਪ, ਬੱਚੇ ਅਤੇ ਵਿਦੇਸ਼ੀ ਲੋਕਾਂ ਦੇ ਪਰਿਵਾਰਕ ਮੈਂਬਰ। ਅਗਲਾ ਪ੍ਰਸ਼ਨ, ਪਿੰਡਾਂ ਵਿੱਚ ਡਾਕ ਵੰਡਣ ਦੀ ਜ਼ਿੰਮੇਵਾਰੀ ਕੌਣ ਨਿਭਾਉਂਦਾ ਸੀ? ਉੱਤਰ ਡਾਕੀਆ। ਪ੍ਰਸ਼ਨ, ਟੈਲੀਫੋਨ ਤੋਂ ਬਾਅਦ ਹੋਰ ਕਿਹੜੀਆਂ ਸਹੂਲਤਾਂ ਆਈਆਂ? ਇਸ ਦਾ ਉੱਤਰ ਹੈ ਫੈਕਸ ਤੇ ਇੰਟਰਨੈਟ ਅਤੇ ਇੰਟਰਨੈਟ ਉੱਤੇ ਪ੍ਰਾਪਤ ਈਮੇਲ ਦੀ ਸਹੂਲਤ ਅਤੇ ਸੋਸ਼ਲ ਮੀਡੀਆ ਸੰਬੰਧੀ। ਅਗਲਾ ਪ੍ਰਸ਼ਨ ਹੈ, ਸ਼ਾਮ ਵੇਲੇ ਡਾਕਖਾਨੇ ਵਿੱਚ ਕਿਹੜੇ-ਕਿਹੜੇ ਵਿਸ਼ਿਆਂ ਤੇ ਚੁੰਝ ਚਰਚਾ ਹੁੰਦੀ ਸੀ? ਇਸ ਦਾ ਉੱਤਰ ਹੈ ਸ਼ਾਮ ਵੇਲੇ ਡਾਕ ਆਉਣ ਤੱਕ ਵੱਖ-ਵੱਖ ਵਿਸ਼ਿਆਂ ਤੇ ਗੱਲਾਂ ਛਿੜਦੀਆਂ। ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਸਿਆਸਤ ਦੀਆਂ ਗੱਲਾਂ ਇੱਥੇ ਹੁੰਦੀਆਂ। ਸਾਬਕਾ ਫੌਜੀ 1965 ਅਤੇ 1971 ਦੀਆਂ ਲੜਾਈਆਂ ਦਾ ਵਰਣਨ ਇਸ ਪ੍ਰਕਾਰ ਕਰਦੇ ਕਿ ਲੜਾਈ ਦਾ ਦ੍ਰਿਸ਼ ਸਾਹਮਣੇ ਆ ਜਾਂਦਾ। ਅਗਲਾ ਪ੍ਰਸ਼ਨ ਹੈ, ਡਾਕ ਆਉਣ ਵੇਲੇ ਕਿਹੋ ਜਿਹਾ ਮਾਹੌਲ ਸੀ? ਉੱਤਰ ਡਾਕ ਵਾਲੀ ਥੈਲੀ ਖੁੱਲ੍ਹਣ ਤੇ ਸੈਂਕੜੇ ਚਿੱਠੀਆਂ ਦਾ ਢੇਰ ਲੱਗ ਜਾਂਦਾ। ਉਡੀਕ ਕਰ ਰਹੇ ਲੋਕ ਬੜੀ ਉਤਸੁਕਤਾ ਨਾਲ ਦੁਆਲੇ ਘੇਰਾ ਘੱਤ ਲੈਂਦੇ। ਵੱਖ-ਵੱਖ ਪਿੰਡਾਂ ਦੀ ਡਾਕ ਛਾਂਟੀ ਹੋਣ ਤੱਕ ਉਹ ਸਾਹ ਰੋਕ ਕੇ ਖੜ੍ਹੇ ਰਹਿੰਦੇ। ਜਿਨ੍ਹਾਂ ਦੇ ਸੰਬੰਧੀਆਂ ਦੀਆਂ ਚਿੱਠੀਆਂ ਆਉਂਦੀਆਂ, ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ। ਬਾਕੀ ਕੱਲ੍ਹ 'ਤੇ ਆਸ ਰੱਖ ਕੇ ਘਰਾਂ ਨੂੰ ਪਰਤ ਜਾਂਦੇ। ਅਗਲਾ ਪ੍ਰਸ਼ਨ ਹੈ, ਲੋਕ ਡਾਕੀਏ ਦਾ ਸਤਿਕਾਰ ਕਿਵੇਂ ਕਰਦੇ ਸਨ? ਇਸ ਦਾ ਉੱਤਰ ਹੈ ਲੋਕ ਡਾਕੀਏ ਦਾ ਬਹੁਤ ਸਤਿਕਾਰ ਕਰਦੇ ਸਨ। ਉਹ ਉਸ ਨੂੰ ਕਦੇ ਦੁਆ ਸਲਾਮ ਕਰਨਾ ਨਾ ਭੁੱਲਦੇ। ਲੰਘਦੇ ਵੜਦਿਆਂ ਉਸ ਨੂੰ ਅਕਸਰ ਚਿੱਠੀਆਂ ਬਾਰੇ ਪੁੱਛਦੇ, ਪਰ ਜੇ ਕਦੇ ਡਾਕੀਆ ਲੇਟ ਹੋ ਜਾਂਦਾ ਤਾਂ ਉਹ ਉਸ ਨੂੰ ਕੁਝ ਨਾ ਕਹਿੰਦੇ। ਅਗਲਾ ਪ੍ਰਸ਼ਨ ਹੈ, ਵਿਦੇਸ਼ ਤੋਂ ਆਈ ਚਿੱਠੀ ਕਾਰਨ ਪਰਿਵਾਰਕ ਮਾਹੌਲ ਕਿਹੋ ਜਿਹਾ ਬਣ ਜਾਂਦਾ ਸੀ? ਇਸ ਦਾ ਉੱਤਰ ਹੈ ਬਾਹਰਲੇ ਮੁਲਕ ਤੋਂ ਜਦੋਂ ਅਲੱਗ ਪਹਿਚਾਣ ਵਾਲੇ ਵਿਦੇਸ਼ੀ ਲਿਫਾਫੇ ਦੀ ਚਿੱਠੀ ਆਉਂਦੀ ਤਾਂ ਪੂਰੇ ਪਰਿਵਾਰ ਨੂੰ ਚਾਅ ਚੜ੍ਹ ਜਾਂਦਾ। ਸਕੂਲ ਵਿੱਚ ਪੜ੍ਹਦੇ ਬੱਚੇ ਕਈ ਵਾਰ ਚਿੱਠੀ ਨੂੰ ਪੜ੍ਹਦੇ, ਬਜ਼ੁਰਗਾਂ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਣਾਉਂਦੇ। ਅਗਲਾ ਪ੍ਰਸ਼ਨ ਹੈ, ਡਾਕੀਏ ਦੀ ਦੇਰੀ ਕਾਰਨ ਲੋਕਾਂ ਦਾ ਕੀ ਪ੍ਰਤੀਕਰਮ ਹੁੰਦਾ ਸੀ? ਉੱਤਰ ਕਈ ਵਾਰ ਡਾਕੀਏ ਨੂੰ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਤਾਂ ਸਾਰਿਆਂ ਦੇ ਮੂੰਹੋਂ ਇਹ ਨਿਕਲਦਾ ਕਿ ਅੱਜ ਪਤਾ ਨਹੀਂ ਕੀ ਗੱਲ ਹੋ ਗਈ। ਕਈ ਵਾਰ ਡਾਕੀਆ ਬਾਹਲੀ ਦੇਰ ਕਰ ਦਿੰਦਾ ਤਾਂ ਉਡੀਕਣ ਵਾਲੇ ਟਸ ਤੋਂ ਮਸ ਨਾ ਹੁੰਦੇ। ਅਗਲਾ ਪ੍ਰਸ਼ਨ ਹੈ, ਅਜੋਕੇ ਸਮੇਂ ਚਿੱਠੀਆਂ ਦੀ ਥਾਂ ਕਿਹੜੀ ਸਹੂਲਤ ਨੇ ਲੈ ਲਈ ਹੈ? ਸੰਚਾਰ ਦੇ ਹੋਰ ਕਿਹੜੇ-ਕਿਹੜੇ ਸਾਧਨ ਪ੍ਰਚਲਿਤ ਹਨ? ਇਸ ਦਾ ਉੱਤਰ ਹੈ ਅਜੋਕੇ ਸਮੇਂ ਵਿੱਚ ਚਿੱਠੀਆਂ ਦੀ ਥਾਂ ਟੈਲੀਫੋਨ, ਮੋਬਾਈਲ, ਇੰਟਰਨੈਟ, ਫੈਕਸ, ਈਮੇਲ ਤੇ ਸੋਸ਼ਲ ਮੀਡੀਆ ਨੇ ਲੈ ਲਈ ਹੈ। ਅੱਜ ਕੱਲ੍ਹ ਇਹੋ ਸਾਧਨ ਪ੍ਰਚਲਿਤ ਹਨ। ਇਸ ਤੋਂ ਅੱਗੇ ਅਸੀਂ ਕਰਾਂਗੇ ਵਾਕਾਂ ਵਿੱਚ ਵਰਤੋਂ। ਪਹਿਲਾ ਸ਼ਬਦ ਹੈ ਦੂਰ ਦੁਰਾਡੇ, ਜਿਸ ਦਾ ਅਰਥ ਹੈ ਦੂਰ ਦੂਰ ਦੀਆਂ ਥਾਵਾਂ ਤੋਂ। ਲੋਕ ਦੂਰ ਦੁਰਾਡੇ ਤੋਂ ਮੇਲਾ ਦੇਖਣ ਆਏ। ਅਗਲਾ ਸ਼ਬਦ ਹੈ ਭੀੜ, ਅਰਥਾਤ ਲੋਕਾਂ ਦਾ ਇਕੱਠ। ਮੇਲੇ ਵਿੱਚ ਬਹੁਤ ਭੀੜ ਸੀ। ਤੀਸਰਾ ਸ਼ਬਦ ਹੈ ਵਰਣਨ, ਅਰਥਾਤ ਜ਼ਿਕਰ। ਇਸ ਦਾ ਵਾਕ ਬਣਾ ਸਕਦੇ ਹਾਂ, ਫੌਜੀ ਲੜਾਈ ਦਾ ਵਰਣਨ
ਕਰ ਰਿਹਾ ਸੀ। ਅਗਲਾ ਸ਼ਬਦ ਹੈ ਸਿਲਸਿਲਾ, ਜਿਸ ਦਾ ਅਰਥ ਹੈ ਪ੍ਰਵਾਹ। ਕਹਾਣੀਆਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਸੀ। ਅਗਲਾ ਸ਼ਬਦ ਹੈ ਸੁਖਾਲਾ, ਅਰਥਾਤ ਸੌਖਾ। ਇਸ ਦਾ ਵਾਕ ਅਸੀਂ ਬਣਾ ਸਕਦੇ ਹਾਂ, ਮੋਬਾਈਲ ਨੇ ਸੰਚਾਰ ਦਾ ਕੰਮ ਬਹੁਤ ਸੁਖਾਲਾ ਕਰ ਦਿੱਤਾ। 6ਵਾਂ ਸ਼ਬਦ ਹੈ ਸੁਵਿਧਾ, ਅਰਥਾਤ ਸਹੂਲਤ। ਇਸ ਦਾ ਵਾਕ ਬਣਾਇਆ ਜਾ ਸਕਦਾ ਹੈ, ਮੋਬਾਈਲ ਦੀ ਸੁਵਿਧਾ ਨੇ ਲੋਕਾਂ ਨੂੰ ਆਪਣਾ ਗੁਲਾਮ ਬਣਾ ਲਿਆ ਹੈ। 7ਵਾਂ ਸ਼ਬਦ ਨਿਤਨੇਮ, ਅਰਥਾਤ ਰੋਜ਼ਾਨਾ। ਇਸ ਦਾ ਵਾਕ ਬਣ ਸਕਦਾ ਹੈ, ਡਾਕਖਾਨੇ ਜਾਣਾ ਲੋਕਾਂ ਦਾ ਨਿਤਨੇਮ ਹੁੰਦਾ ਸੀ। 8ਵਾਂ ਸ਼ਬਦ ਤਬਦੀਲ, ਅਰਥਾਤ ਬਦਲ। ਸੋਸ਼ਲ ਮੀਡੀਆ ਨੇ ਚਿੱਠੀਆਂ ਨੂੰ ਈਮੇਲ ਵਿੱਚ ਤਬਦੀਲ ਕਰ ਦਿੱਤਾ। ਵਿਦਿਆਰਥੀਓ, ਤੁਸੀਂ ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਦੇ ਹੋਏ ਆਪਣੇ ਦਿਮਾਗ ਦੇ ਅਨੁਸਾਰ ਹੋਰ ਵਾਕ ਵੀ ਬਣਾਓ। ਹੁਣ ਅਸੀਂ ਕਰਾਂਗੇ ਖਾਲੀ ਥਾਵਾਂ ਭਰੋ। ਅਸੀਂ ਢੁਕਵੇਂ ਸ਼ਬਦਾਂ ਦੇ ਅਨੁਸਾਰ ਢੁਕਵੇਂ ਸ਼ਬਦਾਂ ਨਾਲ ਇਹਨਾਂ ਵਾਕਾਂ ਦੇ ਵਿੱਚ ਜੋ ਖਾਲੀ ਥਾਂ ਦਿੱਤੀ ਹੈ ਉਸ ਨੂੰ ਭਰਨਾ ਹੈ। ਪਹਿਲਾ ਵਾਕ ਹੈ ਪਹੁੰਚਦਾ ਹੀ ਚਿੱਠੀ ਲਿਖ ਦਈ, ਮੇਰਾ ਪੁੱਤ ਆਪਣੀ ਖਾਲੀ ਥਾਂ ਦੀ। ਇਸ ਦੇ ਵਿੱਚ ਆਏਗਾ ਖਬਰਸਾਰ। ਪਹੁੰਚਦਾ ਹੀ ਚਿੱਠੀ ਲਿਖ ਦਈ ਮੇਰਾ ਪੁੱਤ ਆਪਣੀ ਖਬਰਸਾਰ ਦੀ। ਇਸ ਤੋਂ ਅਗਲਾ ਵਾਕ ਹੈ ਪਿੰਡ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਖਾਲੀ ਸਥਾਨ ਤੱਕ ਦੀਆਂ ਗੱਲਾਂ ਇੱਥੇ ਹੁੰਦੀਆਂ। ਇੱਥੇ ਆਏਗਾ ਸਿਆਸਤ। ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਸਿਆਸਤ ਤੱਕ ਦੀਆਂ ਗੱਲਾਂ ਇੱਥੇ ਹੁੰਦੀਆਂ। ਤੀਸਰਾ ਵਾਕ ਹੈ ਲੋਕ ਉਹਨਾਂ ਨੂੰ ਖਾਲੀ ਸਥਾਨ ਕਰਨਾ ਨਾ ਭੁੱਲਦੇ। ਲੋਕ ਉਹਨਾਂ ਨੂੰ ਦੁਆ ਸਲਾਮ ਕਰਨਾ ਨਾ ਭੁੱਲਦੇ। ਅਗਲਾ ਵਾਕ ਹੈ ਚਿੱਠੀ ਨੂੰ ਖਾਲੀ ਸਥਾਨ ਮੰਨਿਆ ਜਾਂਦਾ ਸੀ। ਇੱਥੇ ਆਏਗਾ ਅੱਧੀ ਮੁਲਾਕਾਤ। ਚਿੱਠੀ ਨੂੰ ਅੱਧੀ ਮੁਲਾਕਾਤ ਮੰਨਿਆ ਜਾਂਦਾ ਸੀ। ਪੰਜਵਾਂ ਵਾਕ ਹੈ ਮੁਹੱਲਿਆਂ ਦੀਆਂ ਗਲੀਆਂ ਵੱਲ ਨੂੰ ਇਸ ਦੀਆਂ ਖਾਲੀ ਸਥਾਨ ਫੁੱਟ ਪਈਆਂ। ਮੁਹੱਲਿਆਂ ਦੀਆਂ ਗਲੀਆਂ ਵੱਲ ਨੂੰ ਇਸ ਦੀਆਂ ਸ਼ਾਖਾਵਾਂ ਫੁੱਟ ਪਈਆਂ। ਅਗਲਾ ਵਾਕ ਹੈ ਪਿੰਡਾਂ ਵਿਚਲੇ ਖਾਲੀ ਸਥਾਨ ਬੂਥਾਂ 'ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। ਇਸ ਖਾਲੀ ਸਥਾਨ 'ਤੇ ਆਏਗਾ STD। ਪਿੰਡਾਂ ਵਿਚਲੇ STD ਬੂਥਾਂ 'ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। 7ਵਾਂ ਹੈ ਖਾਲੀ ਸਥਾਨ ਦਾ ਜ਼ਮਾਨਾ ਆ ਗਿਆ। ਇੱਥੇ ਆਏਗਾ ਬਿਜਲਈ ਚਿੱਠੀਆਂ, ਅਰਥਾਤ ਈਮੇਲ। ਬਿਜਲਈ ਚਿੱਠੀਆਂ ਬ੍ਰੈਕਟ ਵਿੱਚ ਈਮੇਲ ਦਾ ਜ਼ਮਾਨਾ ਆ ਗਿਆ। ਇਸ ਤੋਂ ਅੱਗੇ ਹਨ ਵਚਨ ਬਦਲੋ। ਸਾਨੂੰ ਕੁਝ ਵਚਨ ਦਿੱਤੇ ਗਏ ਹਨ, ਕੁਝ ਸ਼ਬਦ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ਇੱਕ ਵਚਨ ਹਨ ਅਤੇ ਕੁਝ ਬਹੁਵਚਨ ਹਨ। ਇਹਨਾਂ ਦੇ ਅਸੀਂ ਰੂਪ ਬਦਲਨੇ ਹਨ। ਅਗਰ ਬਹੁਵਚਨ ਹੈ ਤਾਂ ਅਸੀਂ ਉਸਦਾ ਇੱਕ ਵਚਨ ਬਣਾਉਣਾ ਹੈ, ਅਤੇ ਅਗਰ ਬਹੁਵਚਨ ਦਿੱਤਾ ਹੈ ਤਾਂ ਇੱਕ ਵਚਨ ਬਣਾਉਣਾ ਹੈ, ਅਤੇ ਇੱਕ ਵਚਨ ਦਿੱਤਾ ਹੈ ਤਾਂ ਅਸੀਂ ਬਹੁਵਚਨ ਵਿੱਚ ਬਦਲਾਂਗੇ। ਜਿਵੇਂ ਕਿ ਪਹਿਲਾ ਸ਼ਬਦ ਹੈ ਸ਼ਾਖਾਵਾਂ। ਇਹ ਬਹੁਵਚਨ ਹੈ, ਇਸ ਦਾ ਇੱਕ ਸ਼ਬਦ ਬਣੇਗਾ ਸ਼ਾਖਾ। ਇਸ ਤੋਂ ਅਗਲਾ ਸ਼ਬਦ ਹੈ ਸਮੱਸਿਆਵਾਂ। ਇਹ ਵੀ ਇੱਕ ਬਹੁਵਚਨ ਹੈ, ਇਸ ਦਾ ਇੱਕ ਵਚਨ ਹੈ ਸਮੱਸਿਆ। ਇਸ ਤੋਂ ਅੱਗੇ ਵੀ ਬਹੁਵਚਨ ਦਿੱਤਾ ਹੈ ਰਿਸਾਲੇ, ਜਿਸ ਦਾ ਇੱਕ ਵਚਨ ਹੈ ਰਿਸਾਲਾ। ਇਸ ਤੋਂ ਅੱਗੇ ਇੱਕ ਵਚਨ ਦਿੱਤਾ ਹੈ ਥੈਲੀ, ਜਿਸ ਦਾ ਬਹੁਵਚਨ ਹੈ ਥੈਲੀਆਂ। ਇਸ ਤੋਂ ਅੱਗੇ ਹੈ ਖਾਈ, ਜਿਸ ਦਾ ਬਹੁਵਚਨ ਹੈ ਖਾਈਆਂ। ਇਸ ਤੋਂ ਅੱਗੇ ਇੱਕ ਵਚਨ ਦਿੱਤਾ ਹੈ ਖਬਰ, ਜਿਸ ਦਾ ਬਹੁਵਚਨ ਹੈ ਖਬਰਾਂ। ਇਸ ਤੋਂ ਅੱਗੇ ਸਾਨੂੰ ਪੰਜਾਬੀ ਵਿੱਚ ਕੁਝ ਸ਼ਬਦ ਦਿੱਤੇ ਹਨ, ਜਿਨ੍ਹਾਂ ਨੂੰ ਅਸੀਂ ਹਿੰਦੀ ਵਿੱਚ ਲਿਖਣਾ ਹੈ ਅਤੇ ਅੰਗਰੇਜ਼ੀ ਵਿੱਚ ਵੀ ਅਨੁਵਾਦ ਕਰਨਾ ਹੈ। ਪਹਿਲਾ ਹੈ ਉਡੀਕ, ਹਿੰਦੀ ਵਿੱਚ ਪ੍ਰਤੀਕਸ਼ਾ, ਅੰਗਰੇਜ਼ੀ ਵਿੱਚ ਵੇਟ। ਅਗਲਾ ਸ਼ਬਦ ਹੈ ਸਿਆਲ, ਹਿੰਦੀ ਵਿੱਚ ਸਰਦੀ, ਅੰਗਰੇਜ਼ੀ ਵਿੱਚ ਵਿੰਟਰ। ਅਗਲਾ ਪੰਜਾਬੀ ਸ਼ਬਦ ਹੈ ਸਮੱਸਿਆ, ਹਿੰਦੀ ਵਿੱਚ ਵੀ ਸਮੱਸਿਆ, ਅੰਗਰੇਜ਼ੀ ਵਿੱਚ ਪ੍ਰੋਬਲਮ। ਅਗਲਾ ਸ਼ਬਦ ਹੈ ਲਗਾਤਾਰ, ਹਿੰਦੀ ਵਿੱਚ ਵੀ ਲਗਾਤਾਰ, ਅੰਗਰੇਜ਼ੀ ਵਿੱਚ ਕੰਟੀਨਿਊਸ। ਅਗਲਾ ਪੰਜਾਬੀ ਸ਼ਬਦ ਹੈ ਮੁਲਾਕਾਤ, ਹਿੰਦੀ ਵਿੱਚ ਵੀ ਮੁਲਾਕਾਤ, ਅੰਗਰੇਜ਼ੀ ਵਿੱਚ ਮੀਟਿੰਗ।
ਅਗਲਾ ਪੰਜਾਬੀ ਸ਼ਬਦ ਹੈ ਨਿਤਨੇਮ, ਹਿੰਦੀ ਵਿੱਚ ਰੋਜ਼ਾਨਾ, ਅੰਗਰੇਜ਼ੀ ਵਿੱਚ ਡੇਲੀ। ਅਗਲਾ ਪੰਜਾਬੀ ਸ਼ਬਦ ਹੈ ਸਫ਼ਰ, ਹਿੰਦੀ ਵਿੱਚ ਲਿਖਾਂਗੇ ਯਾਤਰਾ, ਅੰਗਰੇਜ਼ੀ ਵਿੱਚ ਜਰਨੀ। ਪੰਜਾਬੀ ਵਿੱਚ ਆਖਰੀ ਸ਼ਬਦ ਹੈ ਬਦਲਾਅ, ਹਿੰਦੀ ਵਿੱਚ ਅਸੀਂ ਲਿਖਾਂਗੇ ਤਬਦੀਲੀ, ਇਸ ਨੂੰ ਅੰਗਰੇਜ਼ੀ ਵਿੱਚ ਲਿਖਾਂਗੇ ਚੇਂਜ। ਇਸ ਤੋਂ ਅੱਗੇ ਪ੍ਰਸ਼ਨ ਹੈ ਸਮੇਂ ਦੇ ਨਾਲ ਨਾਲ ਆ ਰਹੀਆਂ ਤਬਦੀਲੀਆਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰੋ। ਇਸ ਦਾ ਉੱਤਰ ਅਧਿਆਪਕਾਂ ਵੱਲੋਂ ਇਹ ਦਿੱਤਾ ਜਾ ਸਕਦਾ ਹੈ ਕਿ ਸਮੇਂ ਦੇ ਨਾਲ ਨਾਲ ਸਾਡੇ ਜੀਵਨ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਹਨ। ਇਹ ਤਬਦੀਲੀਆਂ ਪਹਿਲਾਂ ਤਾਂ 20ਵੀਂ ਸਦੀ ਵਿੱਚ ਵਿਗਿਆਨ ਦੀਆਂ ਕਾਢਾਂ ਨਾਲ ਸ਼ੁਰੂ ਹੋਈਆਂ, ਜਿਨ੍ਹਾਂ ਨਾਲ ਸਾਡੇ ਘਰਾਂ ਵਿੱਚ ਦੀਵਿਆਂ ਤੇ ਲਾਲਟੈਨਾਂ ਦੀ ਥਾਂ ਬਲਬ ਜਗਣ ਲੱਗੇ। ਖੇਤਾਂ ਵਿੱਚ ਟਰੈਕਟਰ ਤੇ ਟਿਊਬਵੈੱਲ ਆ ਗਏ। ਸਾਈਕਲ ਤੇ ਰੇਲ ਗੱਡੀ ਨੇ ਪਸ਼ੂਆਂ ਦੀ ਸਵਾਰੀ ਪਹਿਲਾਂ ਹੀ ਘਟਾ ਦਿੱਤੀ ਸੀ। ਫਿਰ ਮੋਟਰਸਾਈਕਲਾਂ, ਮੋਟਰਾਂ ਤੇ ਕਾਰਾਂ ਸੜਕਾਂ ਤੇ ਦੌੜਨ ਲੱਗੀਆਂ। ਕਿਧਰੇ ਕਿਧਰੇ ਟੈਲੀਫੋਨ ਲੱਗ ਗਏ। 19ਵੀਂ ਸਦੀ ਦੇ ਅੰਤ ਤੱਕ ਮੋਬਾਈਲ ਫੋਨ, ਕੰਪਿਊਟਰ ਤੇ ਇੰਟਰਨੈਟ ਨੇ ਜੀਵਨ ਵਿੱਚ ਸੰਚਾਰ ਸੁਵਿਧਾ ਨੂੰ ਬਹੁਤ ਤੇਜ਼ ਕਰ ਦਿੱਤਾ। ਦੂਰੀਆਂ ਘਟਣ ਲੱਗੀਆਂ। 21ਵੀਂ ਸਦੀ ਵਿੱਚ ਵਿਸ਼ਵੀਕਰਨ ਪੂਰੀ ਤਰ੍ਹਾਂ ਪ੍ਰਭਾਵੀ ਹੋ ਗਿਆ ਤੇ ਸਾਰਾ ਸੰਸਾਰ ਸੱਭਿਆਚਾਰਕ ਤੌਰ ਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਨ ਲੱਗਾ। ਅੱਜ ਸਾਡੀ ਜੀਵਨ ਸ਼ੈਲੀ ਵਿੱਚ ਪੱਛਮੀ ਸੱਭਿਆਚਾਰ ਬੁਰੀ ਤਰ੍ਹਾਂ ਭਾਰੂ ਹੋ ਚੁੱਕਾ ਹੈ ਤੇ ਇਸ ਵਿੱਚ ਲਗਾਤਾਰ ਤਬਦੀਲੀਆਂ ਹੋ ਰਹੀਆਂ ਹਨ। ਵਿਦਿਆਰਥੀਓ, ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਲੇਖ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਤੇ ਇਸ ਲੇਖ ਸਮੇਂ ਦੀ ਗੱਲ ਦਾ ਅਭਿਆਸ ਵੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਹੁਣ ਤੁਸੀਂ ਸਾਰਿਆਂ ਨੇ ਇਸ ਅਭਿਆਸ ਨੂੰ ਆਪਣੀਆਂ ਕਾਪੀਆਂ ਦੇ ਵਿੱਚ ਲਿਖਣਾ ਹੈ ਅਤੇ ਆਪਣੇ ਅਧਿਆਪਕਾਂ ਤੋਂ ਚੈੱਕ ਕਰਵਾਉਣਾ ਹੈ। ਧੰਨਵਾਦ।